ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਮੁਕਤਸਰ ਸਾਹਿਬ। ਇਹ ਪਾਵਨ ਸਥਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਸਥਾਨ ਹੈ, ਜਿੱਥੇ ਉਹਨਾਂ ਨੇ ਆਖਰੀ ਜੰਗ ਲੜੀ ਸੀ। ਸਮੇਂ-ਸਮੇਂ ਤੇ ਇਸ ਗੁਰਦੁਆਰਾ ਸਾਹਿਬ ਵਿੱਚ ਲੋੜਵੰਦਾਂ ਲਈ ਲੰਗਰ ਲਗਾਏ ਜਾਂਦੇ ਨੇ ਅਤੇ ਕੋਰੋਨਾ ਮਹਾਮਾਰੀ ਦੇ ਦੌਰਾਨ ਵੀ ਲੰਗਰਾਂ ਦੀ ਸੇਵਾ ਵੱਧ ਚੜ੍ਹ ਕੇ ਕੀਤੀ ਜਾ ਰਹੀ ਹੈ। ਸਾਰੀ ਟੀਮ ਨੇ ਇੱਥੋਂ ਦੇ ਮੈਨੇਜਰ ਸਾਹਿਬ ਤੇ ਹੈੱਡ ਗ੍ਰੰਥੀ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਇਸ ਇਤਿਹਾਸਿਕ ਸਥਾਨ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਇੱਥੇ ਲੰਗਰਾਂ ਦੀ ਸੇਵਾ ਬੀਬੀ ਜਗੀਰ ਕੌਰ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਸਤਨਾਮ ਸਤਨਾਮ ਵਾਹਿਗੁਰੂ ਜੀ, 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 ਸਤਨਾਮ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਇਤਿਹਾਸਕ ਸਥਾਨ ਮੁਕਤਸਰ ਸਾਹਿਬ ਵਿਖੇ। ਇੱਕ ਐਸਾ ਸਥਾਨ ਜਿਹੜਾ ਕਿ ਬਹੁਤ ਹੀ ਇਤਿਹਾਸਕ ਹੈ, ਜਿਸ ਦੇ ਵਿੱਚ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਜਿੱਥੇ ਆਪਾਂ ਬੈਠੇ ਹਾਂ, ਮੈਨੇਜਰ ਸਾਹਿਬ ਨਾਲ ਗੱਲ ਕਰ ਰਹੇ ਹੈਗੇ ਹਾਂ। ਮੈਨੇਜਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਕੀ ਕਹਿਣਾ ਚਾਹੋਗੇ ਕਿ ਅੱਜ ਕਰੋਨਾ ਦਾ ਐਪੀਡੈਮਿਕ ਹੈ, ਔਰ ਉਹਦੇ ਬਾਵਜੂਦ ਵੀ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਲੰਗਰ ਛਕ ਕੇ ਅਸੀਸਾਂ ਦੇ ਰਹੇ ਸੀਗੇ, ਲੰਗਰ ਸਥਾਨਾਂ ਦੇ ਉੱਪਰ ਲੰਗਰ ਜਿਹੜੇ ਹੈਗੇ ਆ ਚੱਲ ਰਹੇ ਨੇ। ਕੋਵਿਡ-19 ਦਾ ਬਹੁਤ ਹੀ ਵੱਡਾ ਐਪੀਡੈਮਿਕ ਹੈ, ਜਿਹਦੇ 'ਚ ਉਦਾਸੀ ਆ ਲੋਕਾਂ ਦੇ ਮੂੰਹਾਂ ਦੇ ਉੱਪਰ, ਔਰ ਉਹਦੇ ਵਿੱਚ ਵੀ ਐਸਜੀਪੀਸੀ ਜਿਹੜੀ ਹੈਗੀ ਆ ਉਹ ਤਨਦੇਹੀ ਦੇ ਨਾਲ ਸੇਵਾ ਨਿਭਾ ਰਹੀ ਹੈ। ਚਾਹੇ ਆਕਸੀਜਨ ਦੇ ਲੰਗਰਾਂ ਦੀ ਗੱਲ ਹੋਵੇ, ਕੋਵਿਡ ਸੈਂਟਰ ਖੋਲ੍ਹਣ ਦੀ ਗੱਲ ਹੋਵੇ, ਹਰ ਪਾਸੇ ਜਿਹੜਾ ਐਸਜੀਪੀਸੀ ਦਾ ਬਹੁਤ ਵੱਡਾ ਰੋਲ ਆ। ਔਰ ਉਸੇ ਤਹਿਤ ਅਸੀਂ ਦੇਖ ਰਹੇ ਹਾਂ ਕਿ ਲੰਗਰਾਂ ਦੀ ਜਿਹੜੀ ਸੇਵਾ ਨਿਰੰਤਰ ਚੱਲ ਰਹੀ ਹੈਗੀ ਆ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸੰਗਤਾਂ ਦੀ ਅਥਾਹ ਸ਼ਰਧਾ, ਨਤਮਸਤਕ ਹੋਣ ਲਈ ਸੰਗਤਾਂ ਆਉਂਦੀਆਂ ਅਤੇ ਲੰਗਰ ਛਕਦੀਆਂ। ਜੋ ਗੁਰੂ ਨਾਨਕ ਸਾਹਿਬ ਤੋਂ ਹੀ ਲੰਗਰ ਦੀ ਪ੍ਰਥਾ ਚੱਲ ਰਹੀ ਹੈ। ਗੁਰੂ ਘਰ ਵਿਖੇ ਸੰਗਤਾਂ ਆਉਂਦੀਆਂ ਅਤੇ ਲੰਗਰ ਛਕਦੀਆਂ। ਪ੍ਰਧਾਨ ਜੀ ਦੇ ਹੁਕਮ ਅਨੁਸਾਰ ਮਹਾਮਾਰੀ ਦੇ ਵਿੱਚ ਵੀ ਲੰਗਰ ਸੰਗਤਾਂ ਨੂੰ ਛਕਾਇਆ ਜਾ ਰਿਹਾ ਅਤੇ ਸੰਗਤਾਂ ਆ ਕੇ ਛਕਦੀਆਂ। ਬਾਹਰ ਵੀ ਮੁਹੱਲਿਆਂ ਦੇ ਵਿੱਚ ਵੀ, ਜਿੱਥੇ ਪਿੱਛੇ ਜੇ ਕਾਫੀ ਲੱਗਿਆ ਰਿਹਾ ਲੋਕਡਾਊਨ ਦੇ ਵਿੱਚ ਵੀ, ਸੰਗਤਾਂ ਨੂੰ ਮੁਹੱਲਿਆਂ ਦੇ ਵਿੱਚ ਜਾ ਕੇ, ਬਸਤੀਆਂ ਦੇ ਵਿੱਚ ਜਾ ਕੇ ਗੁਰੂ ਘਰ ਵੱਲੋਂ ਲੰਗਰ ਛਕਾਇਆ ਜਾ ਰਿਹਾ ਸੀ। ਵੀਰ ਜੀ, ਕੀ ਕਹਿਣਾ ਚਾਹੋਗੇ ਕਿ ਇਹ ਇਤਿਹਾਸਕ ਸਥਾਨ, ਜਿੱਥੇ ਕਿ 40 ਮੁਕਤਿਆਂ ਦਾ ਜਿਹੜਾ ਨਾਮ ਆ ਉਹ ਵੀ ਆਂਦਾ ਮੁਕਤਸਰ, ਜਿਸ ਦੇ ਨਾਲ ਜੁੜਿਆ, ਔਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਹੈਗਾ, ਉਹ ਵੀ ਸੁਸ਼ੋਭਿਤ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸ੍ਰੀ ਦਰਬਾਰ ਸਾਹਿਬ ਨਾਲ ਅਟੈਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ, ਜਿੱਥੇ ਗੁਰੂ ਸਾਹਿਬ ਨੇ 40 ਮੁਕਤਿਆਂ ਦਾ ਸੰਸਕਾਰ ਕੀਤਾ ਹੈ। ਇਸ ਸਥਾਨ ਤੇ ਬਹੁਤ ਸੋਹਣੀ ਇਮਾਰਤ ਬਣੀ ਹੋਈ ਹੈ, ਗੁਰਦੁਆਰਾ ਸ਼ਹੀਦਗੰਜ ਸਾਹਿਬ, ਜਿੱਥੇ ਸੰਗਤਾਂ ਆ ਕੇ ਗੁਰੂ ਘਰ ਲਈ ਆਉਂਦੀਆਂ ਅਤੇ ਮੱਥਾ ਟੇਕਦੀਆਂ, ਜਿੱਥੇ ਸੰਗਤਾਂ ਦੀ ਬਹੁਤ ਸ਼ਰਧਾ ਹੈ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਨਾਲ ਸਰੋਵਰ ਬਣਿਆ ਹੋਇਆ, ਜਿੱਥੇ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਇਹ ਪਾਵਨ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ, ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਨਾਲੋਂ ਅਖੀਰਲੀ ਜੰਗ 14ਵੀਂ ਜੰਗ ਕੀਤੀ ਅਤੇ ਜਿੱਤ ਦੀ ਪ੍ਰਾਪਤੀ ਕੀਤੀ ਹੈ। ਦਾਸ ਸ੍ਰੀ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਦਾ ਦਾਸ ਦੇ ਕੋਲੇ ਹੈਡ ਗ੍ਰੰਥੀ ਦੀ ਸੇਵਾ ਮੌਜੂਦ ਹੈ। ਸੋ
ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦਾ ਸਾਰਾ ਇਤਿਹਾਸ ਅਨੰਦਪੁਰ ਸਾਹਿਬ ਦੇ ਨਾਲ ਮੇਲ ਖਾਂਦਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸਾਰਿਆਂ ਨਾਲੋਂ ਅਖੀਰਲਾ ਯੁੱਧ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਪ੍ਰਾਰੰਭ ਹੋਇਆ, ਮਹਾਰਾਜ ਜੀ ਦੀ ਲੰਮੀ ਜੰਗ ਪ੍ਰਾਰੰਭ ਹੋਈ, ਕਿਲ੍ਹੇ ਦੇ ਵਿੱਚ ਵਸਤਾਂ ਮੁੱਕ ਗਈਆਂ ਤੇ ਮਹਾਰਾਜ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਆਪਾਂ ਨੂੰ ਜਿਹੜਾ ਹੈ ਆਨੰਦਗੜ੍ਹ ਦਾ ਕਿਲ੍ਹਾ ਛੱਡ ਜਾਣਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਕੋਈ ਦਿਨ ਠਹਿਰ ਨਾ ਕਰੋ। ਇਸ ਗੱਲ ਤੋਂ ਸੰਵਾਦ ਹੋ ਗਿਆ। ਸਿੰਘ ਕਹਿਣ ਲੱਗੇ ਮਹਾਰਾਜ ਅਸੀਂ ਜਾਣਾ ਚਾਹੁੰਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਜਾਣਾ ਚਾਹੁੰਦੇ ਹੋ ਤਾਂ ਸਾਨੂੰ ਲਿਖ ਕੇ ਦੇ ਜਾਵੋ, ਨਾ ਤੂੰ ਸਾਡਾ ਗੁਰੂ ਨਾ ਹੀ ਤੇਰੇ ਸਿੰਘ। ਐਸਾ ਹੀ ਹੋਇਆ। ਸਿੰਘ ਕਿਸੇ ਵੀ ਤਰੀਕੇ ਦੇ ਨਾਲ ਆਣ ਕੇ ਮਾਝੇ ਦੀ ਧਰਤੀ ਦੇ ਉੱਤੇ ਵਿਚਰੇ। ਜਦੋਂ ਮਾਝੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਬੇਮੁਖ ਹੋ ਕੇ ਆ ਗਏ ਨੇ ਮਹਾਰਾਜ ਜੀ ਦੇ ਪਾਸੋਂ, ਬੀਬੀਆਂ ਨੇ ਤਾਨੇ ਮਾਰੇ, ਤੁਸੀਂ ਘਰਾਂ ਦੇ ਵਿੱਚ ਬੈਠੋ, ਅਸੀਂ ਗੁਰੂ ਮਹਾਰਾਜ ਜੀ ਦੀ ਸਹਾਇਤਾ ਵਾਸਤੇ ਪਹੁੰਚਦੀਆਂ ਹਾਂ। ਇੱਧਰੋਂ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ। ਹੌਲੀ ਹੌਲੀ ਮਹਾਰਾਜ ਜੀ ਮਾਲਵੇ ਦੀ ਧਰਤੀ ਤੇ ਆਏ। ਸਤਿਗੁਰੂ ਜੀ ਮਾਲਵੇ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ। ਰਾਮੇ ਆਣੇ ਨਗਰ ਇੱਕ ਸਿੱਖ ਨੇ ਦੱਸਿਆ ਮਹਾਰਾਜ ਜੀ ਆਪ ਜੀ ਨੂੰ ਫੜਨ ਵਾਸਤੇ ਵਜ਼ੀਰ ਖਾਨ ਦੀਆਂ ਫੌਜਾਂ ਆ ਰਹੀਆਂ ਨੇ। ਸਤਿਗੁਰੂ ਜੀ ਕਹਿੰਦੇ ਸਾਡੇ ਵੀ ਬਾਂਕੇ ਦਲੇਰ ਸਿੰਘ ਜਿਹੜੇ ਨੇ ਉਹ ਆ ਗਏ ਨੇ। ਥੋੜ੍ਹੇ ਚਿਰ ਦੇ ਵਿੱਚ ਹੀ ਰਾਮਿਆਣੇ ਨਗਰ ਹੀ ਸਿੰਘਾਂ ਦਾ ਮਿਲਾਪ ਮਾਝੇ ਦਿਆਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨਾਲ ਹੋਇਆ। ਇਸ ਜਥੇ ਦੇ ਵਿੱਚ ਭਾਈ ਮਾਨ ਸਿੰਘ ਜੀ, ਮਾਤਾ ਭਾਗਪੁਰ ਜੀ, ਲਾਹੌਰ ਦੇ ਚੌਧਰੀ, ਅੰਮ੍ਰਿਤਸਰ ਸਾਹਿਬ ਦੇ ਚੌਧਰੀ ਸਾਰੇ ਮੌਜੂਦ ਸੀ। ਇੱਕ ਵੱਡਾ ਜਥਾ ਸੀ। ਇੱਥੇ ਬਚਨ ਵਿਲਾਸ ਹੋਏ, ਪਰ ਮਹਾਰਾਜ ਜੀ ਦੇ ਨਾਲ ਰਾਜੀਨਾਮਾ ਨਾ ਹੋ ਸਕਿਆ। ਭਾਈ ਦਾਨ ਸਿੰਘ ਦੀ ਸਲਾਹ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਖਿਦਰਾਣੇ ਦੀ ਢਾਬ ਨੂੰ ਚਾਲਾ ਪਾਇਆ ਕਿ ਉੱਥੇ ਬਹੁਤ ਉੱਚਾ ਵੱਡਾ ਟਿੱਬਾ ਹੈ। ਮਹਾਰਾਜ ਉਸ ਦੇ ਉੱਤੇ ਖਲੋ ਕੇ ਆਪ ਜੀ ਤੀਰ ਮਾਰਿਓ, ਅਸੀਂ ਜੰਗ ਕਰਾਂਗੇ। ਸਤਿਗੁਰੂ ਮਹਾਰਾਜ ਜੀ ਨੇ ਖਿਦਰਾਣੇ ਦੀ ਢਾਬ ਨੂੰ ਚਾਲਾ ਪਾਇਆ ਔਰ ਸਾਰੇ ਸਿੰਘ ਜਿਹੜੇ ਚੌਧਰੀ ਆਏ ਸੀ ਉਹ ਵਾਪਸ ਮੁੜ ਗਏ। ਭਾਈ ਮਾਨ ਸਿੰਘ ਸਰਦਾਰ ਨੇ ਫਰਮਾਇਆ, ਸਿੰਘੋ ਜਿਉਂਦੇ ਅੱਜ ਤੋਂ ਮਰ ਗਏ ਜੇ ਬਦਾਵਾ ਨਾ ਪੜਵਾਇਆ। ਮਹਾਰਾਜ ਜੀ ਦੇ ਪਿੱਛੇ ਪਿੱਛੇ ਤੁਰੇ ਆਏ। ਸਤਿਗੁਰੂ ਮਹਾਰਾਜ ਜੀ ਨੇ ਜੋ ਸਰੋਵਰ ਬਣਿਆ ਹੋਇਆ ਇਹ ਖਿਦਰਾਣੇ ਦੀ ਢਾਬ ਵੱਜਦੀ ਸੀ। ਉਹਨਾਂ ਦਿਨਾਂ ਦੇ ਵਿੱਚ ਜੰਗਲ ਦਾ ਇਲਾਕਾ ਸੀ, ਸੋ ਨਾ ਕੋਈ ਪਿੰਡ ਸੀ ਨਾ ਕੋਈ ਸ਼ਹਿਰ ਸੀ। ਪਸ਼ੂ ਪੰਛੀ ਜਿਹੜੇ ਇੱਥੋਂ ਦੇ ਉਹ ਢਾਬ ਤੋਂ ਪਾਣੀ ਪੀਂਦੇ ਸੀ ਜਾਂ ਰਾਹੀ ਪਾਂਧੀ ਜਿਹੜੇ ਆ ਉਹ ਜਲ ਛਕ ਕੇ ਅੱਗੇ ਲੰਘ ਜਾਂਦੇ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੀ ਫੌਜ ਲੈ ਕੇ ਇੱਥੇ ਆਏ ਤੇ ਮਹਾਰਾਜ ਜੀ ਨੇ ਵੀ ਆਪਣੀ ਫੌਜ ਨੂੰ ਇਹ ਢਾਬ ਤੋਂ ਜਲ ਛਕਾਇਆ ਤੇ ਮਹਾਰਾਜ ਜੀ ਨੇ ਅੱਗੇ ਜਾ ਕੇ ਜਿੱਥੇ ਗੁਰਦੁਆਰਾ ਟਿੱਬੀ ਸਾਹਿਬ ਹੈ ਉੱਥੇ ਮੋਰਚਾਬੰਦੀ ਕੀਤੀ, ਜੰਗ ਲੜਨ ਦਾ ਫੈਸਲਾ ਕੀਤਾ। ਮਾਝੇ ਦੇ ਜਿਹੜੇ ਪਿੱਛੇ ਪਿੱਛੇ ਸਿੰਘ ਆ ਰਹੇ ਸੀ, ਜੋ ਦੱਖਣ ਦੀ ਬਾਈ ਵਾਲੇ ਪਾਸੇ ਗੁਰਦੁਆਰਾ ਤੰਬੂ ਸਾਹਿਬ ਬਣਿਆ ਹੋਇਆ ਹੈ, ਉੱਥੇ ਝਾੜ ਸੀ। ਝਾੜਾਂ ਦੇ ਉੱਤੇ ਉਹਨਾਂ ਨੇ ਆਪਣੇ ਚਾਦਰੇ ਅਤੇ ਕਛਹਿਰੇ ਪਾ ਦਿੱਤੇ ਕਿ ਮੁਗਲਾਂ ਦੀ ਫੌਜ ਨੂੰ ਪਤਾ ਲੱਗੇ ਕਿ ਖਾਲਸੇ ਦੀ ਫੌਜ ਦਾ ਉਤਾਰਾ ਇੱਥੇ ਹੈ। ਜਦੋਂ ਵਜ਼ੀਰ ਖਾਂ ਪਿੱਛੇ ਆ ਰਿਹਾ ਸੀ ਤੇ ਨਾਲ ਉਹਦੇ ਕਪੂਰਾ ਵੀ ਸੀ, ਉਹ ਕਹਿਣ ਲੱਗਾ ਕਿ ਫੌਜ ਨੂੰ ਬੜੀ ਤੇਜ਼ ਲੱਗੀ ਹੈ, ਪਾਣੀ ਕਿੱਥੇ ਮਿਲੇਗਾ। ਕਪੂਰਾ ਕਹਿੰਦਾ ਵੀ ਢਾਬ ਤੋਂ ਪਾਣੀ ਮਿਲ ਜਾਵੇਗਾ। ਉਹ ਜਕਾਰੇ ਜਿਹੜੇ ਟਿੱਬੀ ਸਾਹਿਬ ਵਾਲੇ ਪਾਸੇ ਛੁੱਟ ਰਹੇ ਸੀ, ਪਤਾ ਸੀ ਉਹਨਾਂ ਨੂੰ ਕਿ ਗੁਰੂ ਸਾਹਿਬ ਦੀ ਫੌਜ ਇੱਧਰ ਹੈ। ਜਦੋਂ ਵਜ਼ੀਰ ਖਾਨ ਦੀਆਂ ਫੌਜਾਂ ਬਿਲਕੁਲ ਪਾਣੀ ਪੀਣ ਜਿਹੜਾ ਢਾਬ ਦੇ ਲਾਗੇ ਹੋਈਆਂ, ਸਿੰਘ ਜਿਹੜੇ ਪਹਿਲੇ ਸਮੇਂ ਦੇ ਇਹਨਾਂ ਦੇ ਪਾਸ ਹਥਿਆਰ ਸੀ, ਮੋਰਚਾਬੰਦੀ ਕਰਕੇ ਜਿਹੜਾ ਇਹ ਢਾਬ ਦੇ ਕਿਨਾਰਿਆਂ ਤੇ ਬੈਠੇ ਹੋਏ ਸੀ। ਜਦੋਂ ਫੌਜ ਪਾਣੀ ਪੀਣ ਲੱਗੀ, ਇੱਕੇ ਵਾਰੀ ਇਹਨਾਂ ਨੇ ਜੋ ਤੋੜੇਦਾਰ ਰਫਲਾਂ ਸੀ ਉਹਨਾਂ ਦੇ ਫੈਲ ਹੋਏ। ਵਜ਼ੀਰ ਖਾਨ ਦੀਆਂ ਫੌਜਾਂ ਦਾ ਭਾਰੀ ਨੁਕਸਾਨ ਹੋਇਆ। ਸਮੇਤ ਘੋੜੇ ਜਵਾਨ ਉੱਡਦੇ ਗਏ, ਅੱਧੀ ਕੁ ਫੌਜ ਮਾਰੀ ਗਈ। ਇਹ ਪ੍ਰਕਾਰ ਦੇ ਨਾਲ ਉਪਰੰਤ ਜਕਾਰੇ ਛੁੱਟੇ ਅਤੇ ਢਾਲ ਤਲਵਾਰ ਦਾ ਜੰਗ ਸ਼ੁਰੂ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਆਵਾਜ਼ ਪਈ। ਮਹਾਰਾਜ ਜੀ ਦੇ ਡੋਲੇ ਫੜ ਕੇ ਤੇ ਮਹਾਰਾਜ ਜੀ ਨੇ ਆਪਣਾ ਧਨੁਸ਼ਬਾਨ ਸੰਭਾਲਿਆ। ਇੱਕੇ ਵਾਰੀ ਤੰਦੀ ਤੇ ਚੜਾ ਕੇ ਕਈ ਤੀਰ ਛੱਡੇ। ਇੱਕ ਇੱਕ ਤੀਰ ਦੇ ਨਾਲ 20 ਜਵਾਨ ਡਿੱਗ ਰਹੇ ਸਨ। ਇਉਂ ਵਜ਼ੀਰ ਖਾਨ ਦੀ ਬਹੁਤੀ ਫੌਜ ਮਾਰੀ ਗਈ ਤੇ ਕਪੂਰੇ ਨੂੰ ਕਹਿ ਰਿਹਾ ਹੈ, ਤੁਸੀਂ ਤਾਂ ਕਹਿੰਦੀ ਸੀ ਗੁਰੂ ਸਾਹਿਬ ਦੇ ਨਾਲ ਕੋਈ ਫੌਜ ਹੀ ਨਹੀਂ, ਮੇਰੀ ਫੌਜ ਦਾ ਭਾਰੀ ਨੁਕਸਾਨ ਹੋ ਗਿਆ ਹੈ। ਇਤਨੇ ਚਿਰ ਨੂੰ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਮਹਾਂ ਸਿੰਘ ਜੀ ਘੋੜੇ ਤੇ ਸਵਾਰ ਹੋਇਆ ਸੱਜੇ ਦੱਖਣ ਦੀ ਬਾਈ ਵਾਲੇ ਪਾਸੇ ਨੂੰ ਨਿਕਲਿਆ।
ਜਿੱਥੇ ਵਜੀਦ ਖਾਂ ਕਪੂਰਾ ਅਤੇ ਉਹਦਾ ਜਰਨੈਲ ਅੱਲਾ ਬਖਸ਼ ਖਾਂ ਖਲੋਤੇ ਹੋਏ ਸੀ। ਉਸ ਪਾਸੇ ਨੂੰ ਘੋੜਾ ਦੜਾ ਕੇ ਆਇਆ। ਵਜੀਦ ਖਾਂ ਨੂੰ ਪਤਾ ਨਹੀਂ ਲੱਗਾ, ਉਦੋਂ ਪਤਾ ਲੱਗਾ ਜਦੋਂ ਅੱਲਾ ਬਖਸ਼ ਖਾਂ ਦੀ ਧੌਣ ਦੇ ਉੱਤੇ ਤਲਵਾਰ ਦਾ ਵਾਰ ਵੱਜਾ। ਤਲਵਾਰ ਦਾ ਵਾਰ ਵੱਜਦਾ ਹੋਇਆ ਉਹਨੇ ਵੇਖਿਆ, ਆਪਣੇ ਘੋੜੇ ਨੂੰ ਅੱਡੀ ਲਾ ਲਈ, ਪਿੱਛੇ ਨੂੰ ਭਜਾ ਲਿਆ, ਉਹਦਾ ਜਰਨੈਲ ਮਾਰਿਆ ਗਿਆ। ਜਦੋਂ ਜਰਨੈਲ ਮਾਰਿਆ ਗਿਆ, ਫੌਜਾਂ ਜਿਹੜੀਆਂ ਭੱਜ ਉੱਠੀਆਂ, ਪਰ ਸਾਵਾਂ ਵਾਰ ਜਿਹੜਾ ਭਾਈ ਸਾਹਿਬ ਦੀ ਵੱਖੀ ਦੇ ਵਿੱਚ ਵੱਜ ਗਿਆ। ਉਹ ਵੀ ਘੋੜੇ ਦੇ ਉੱਤੋਂ ਉਤਰ ਕੇ ਜੰਗ ਦੇ ਮੈਦਾਨ ਦੇ ਵਿੱਚ ਲੰਮੇ ਪੈ ਗਏ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਯਾਦ ਕੀਤਾ। ਸਤਿਗੁਰੂ ਜੀ ਖੀਰਲੇ ਸਵਾਸ ਨੇ ਕਿਰਪਾ ਕਰਕੇ ਆਣ ਕੇ ਦਰਸ਼ਨ ਦਿਓ। ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਪਹੁੰਚੀ। ਮਹਾਰਾਜ ਸਮਰਾਸੀ ਬੜੀ ਛੇਤੀ ਦੇ ਨਾਲ ਸਤਿਗੁਰੂ ਜੀ ਆ ਗਏ। ਸਤਿਗੁਰੂ ਨੇ ਇਸ ਵੰਨ ਦੇ ਨਾਲ ਘੋੜਾ ਬੰਨਿਆ, ਵਰ ਦਿੱਤੇ ਮੇਰਾ 20,000 30,000 80,000 ਸਿੰਘ ਹੈ। ਅੱਗੇ ਵਧੇ ਵੇਖਿਆ ਭਾਈ ਮਹਾਂ ਸਿੰਘ ਦੇ ਸਵਾਹ ਚੱਲ ਰਹੇ ਸਨ। ਉਹਨਾਂ ਦਾ ਸੀਸ ਮਹਾਰਾਜ ਜੀ ਨੇ ਆਪਣੇ ਪੱਟ ਦੇ ਉੱਤੇ ਰੱਖ ਕੇ ਮਹਾਰਾਜ ਜੀ ਨੇ ਮੁਖ ਦੇ ਵਿੱਚ ਜਲ ਪਾਇਆ। ਕਿਹਾ ਭਾਈ ਮਹਾਂ ਸਿੰਘ ਜੀ ਮੈਂ ਆ ਗਿਆ, ਮੰਗ ਜੋ ਮੰਗਣਾ, ਰਾਜ ਮੰਗਲਾ, ਸਾਜ ਮੰਗਲਾ, ਮੁਕਤੀ ਮੰਗਲਾ। ਭਾਈ ਮਹਾਂ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਜੇ ਤੁੱਠੇ ਹੋ ਖੁਸ਼ੀ ਦੇ ਘਰ ਦੇ ਵਿੱਚ ਆਏ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਜੋ ਸਾਡੇ ਪਾਸੋਂ ਗਲਤੀਆਂ ਹੋਈਆਂ ਭੁੱਲਣ ਅੰਦਰ ਸਭ ਕੋ ਆ, ਭੁੱਲ ਗੁਰੂ ਕਰਤਾਰ। ਮਹਾਰਾਜ ਜੀ ਬਦਾਵੇ ਵਾਲਾ ਕਾਗਜ਼ ਜਿਹੜਾ ਚਾਕ ਕਰ ਦਿਓ। ਐਵੇਂ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਤੇ ਸਤਿਗੁਰੂ ਮਹਾਰਾਜ ਜੀ ਬੜੀ ਰਹਿਮਤ ਦੇ ਘਰ ਦੇ ਵਿੱਚ ਆਏ ਤੇ ਮਹਾਰਾਜ ਜੀ ਨੇ ਆਪਣੇ ਮਖਾਰਬਿੰਦ ਦੇ ਵਿੱਚੋਂ ਇਸ ਧਰਤੀ ਨੂੰ ਆਪਣੇ ਮਖਾਰਬਿੰਦ ਤੋਂ ਵਰਸਾਇਆ। ਖਿਦਰਾਣਾ ਕਰ ਮੁਕਤ ਸਾਰ, ਮੁਕਤ ਮੂਤ ਸਭ ਕੀਨ ਹੋਏ ਸਾਬਤ ਜੇ ਜਬੇ ਵੱਡੋ ਅੰਮ੍ਰਿਤ ਬੋਲੀਨ। ਭਾਈ ਮਹਾਂ ਸਿੰਘ ਜੀ ਇਹ ਖਿਦਰਾਣੇ ਦੀ ਢਾਬਣੀ ਇਹ ਮੁਕਤੀ ਦਾ ਕੇਂਦਰ ਬਣ ਗਿਆ ਹੈ। ਜੋ ਜੀਵ ਮਨੁੱਖ ਆਵੇਗਾ ਇੱਥੇ ਆਣ ਕੇ ਇਸ਼ਨਾਨ ਕਰੇਗਾ, ਦਰਸ਼ਨ ਕਰਿਆ ਕਰੇਗਾ, ਮੁਕਤ ਹੋ ਜਾਵੇਗਾ। ਤੁਹਾਡੇ ਨਾਮ ਦੇ ਉੱਤੇ ਤੀਰਥ ਕਾਇਮ ਕਰ ਦਿੱਤਾ ਹੈ। ਮਹਾਰਾਜ ਜੀ ਨੇ ਬਦਾਵਾ ਚਾਕ ਕੀਤਾ, ਪਾੜ ਦਿੱਤਾ। ਜੋਤੀ ਜੋਤ ਰਹੀ ਸੰਪੂਰਨ ਥੀ ਆ ਰਾਮ। ਤੇ ਜਿਹੜੀ ਮਹਾਰਾਜ ਜੀ ਦੇ ਨਾਲ ਬਰਾੜਾਂ ਦੀ ਫੌਜ ਸੀ, ਮਾਤਾ ਭਾਗਪੁਰ ਨੂੰ ਵੀ ਚੁੱਕ ਕੇ ਲਿਆਏ। ਉਹਨਾਂ ਨੇ ਵੀ ਬੇਨਤੀ ਕੀਤੀ। ਸਤਿਗੁਰੂ ਜੀ ਕਹਿੰਦੇ ਇਕੱਲੇ ਬਖਸ਼ੇ ਨਹੀਂ, ਵਰਾਂ ਦੇ ਨਾਲ ਨਵਜਿਆ। ਮਾਤਾ ਦੇ ਸਰੀਰ ਦੇ ਉੱਤੇ ਜਿਹੜੇ ਜ਼ਖਮ ਹੋਏ ਸੀ ਮਹਾਰਾਜ ਜੀ ਨੇ ਮਲਮ ਪੱਟੀ ਉਹਨਾਂ ਤੇ ਕਰਵਾਈ। ਮਾਤਾ ਜੀ ਜਿਹੜੇ ਠੀਕ ਹੋ ਗਏ ਤੇ ਮਹਾਰਾਜ ਜੀ ਦੇ ਨਾਲ ਹੀ ਸਾਰੀ ਜ਼ਿੰਦਗੀ ਰਹੇ। ਸਤਿਗੁਰੂ ਜੀ ਨੇ ਜਿੰਨੇ ਵੀ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੇ ਸਾਰਿਆਂ ਦੇ ਸਰੀਰ ਇਕੱਠੇ ਕਰਵਾ ਕੇ ਸ਼ਾਮ ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਆਪਣੇ ਹੱਥੀਂ ਸੰਸਕਾਰ ਕਰ ਦਿੱਤਾ। ਉਪਰੰਤ ਮਹਾਰਾਜ ਜੀ ਨੇ ਟਿੱਬੀ ਸਾਹਿਬ ਵਿਖੇ ਹੀ ਦੀਵਾਨ ਸਜਾਇਆ। ਰਾਤ ਦਾ ਉੱਥੇ ਹੀ ਖਾਲਸੀ ਫੌਜ ਸੀ। ਅੰਮ੍ਰਿਤ ਵੇਲੇ ਉੱਥੇ ਮਹਾਰਾਜ ਜੀ ਲਹਿੰਦੇ ਵਾਲੇ ਪਾਸੇ ਨੂੰ ਗਏ। ਸਤਿਗੁਰੂ ਜੀ ਜੰਗਲ ਮੈਦਾਨ ਜਾ ਕੇ ਦਾਤਨ ਕਰ ਰਹੇ ਸੀ। ਪਿੱਛੋਂ ਦੀ ਹੋ ਕੇ ਨੂਰਦੀਨ ਸਿਪਾਹੀ ਜਿਹੜਾ ਸੀ, ਜਿਸ ਨੇ ਪਹਿਲਾਂ ਹੀ ਵਜੀਦ ਖਾਂ ਤੋਂ ਇਨਾਮ ਲਿਆ ਹੋਇਆ ਸੀ, ਪਹਿਲਾਂ ਭਾਵੇਂ ਮੈਂ ਮਰ ਜਾਵਾਂ ਤੇ ਭਾਵੇਂ ਮਾਰ ਦੇਵਾਂ, ਮੈਨੂੰ ਇਨਾਮ ਪਹਿਲਾਂ ਚਾਹੀਦਾ। ਸਤਿਗੁਰੂ ਜੀ ਨੂੰ ਪਿੱਛੋਂ ਦੀ ਹੋ ਕੇ ਤਲਵਾਰ ਮਾਰਨ ਲੱਗਾ। ਮਹਾਰਾਜ ਜੀ ਨੇ ਹੱਥ ਵਾਲਾ ਗੜਵਾ ਮਾਰਿਆ, ਮਰ ਗਿਆ। ਉੱਥੇ ਉਹਦੀ ਕਬਰ ਬਣੀ ਹੋਈ ਹੈ। ਸੋ ਗੁਰੂ ਕੇ ਪਿਆਰਿਓ, ਜੋ ਵੀ ਸਿੱਖ ਸੰਗਤਾਂ ਜਾਂਦੀਆਂ ਨੇ, ਜਿਵੇਂ ਮਹਾਰਾਜ ਜੀ ਨੇ ਕਿਹਾ ਸੀ, ਜੇ ਅੱਗੋਂ ਦੀ ਹੋ ਕੇ ਆਉਂਦਾ ਸੂਰਮਾ ਬੰਦਾ ਮੁਕਤ ਕਰ ਦੇ, ਪਿੱਛੋਂ ਦੀ ਹੋ ਕੇ ਆਇਆ। ਮਹਾਰਾਜ ਨੇ ਸਵੈਕੀ ਬਚਨ ਕੀਤਾ ਸੀ, ਇਹ ਤਾਂ ਜੁੱਤੀਆਂ ਵਾਲਾ ਸੀ। ਇਸ ਕਰਕੇ ਸਿੱਖ ਸੰਗਤਾਂ ਉਹਦੀ ਕਬਰ ਦੇ ਉੱਤੇ ਜੁੱਤੀਆਂ ਮਾਰਦੀਆਂ ਹਨ। ਉਪਰੰਤ ਮਹਾਰਾਜ ਜੀ ਨੇ ਟਿੱਬੀ ਸਾਹਿਬ ਵਿਖੇ ਹੀ ਦੀਵਾਨ ਸਜਾਇਆ। ਉਪਰੰਤ ਮਹਾਰਾਜ ਜੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਆਏ, ਜਿੱਥੇ 40 ਮੁਕਤਿਆਂ ਦਾ ਸੰਸਕਾਰ ਕੀਤਾ ਸੀ। ਮਹਾਰਾਜ ਜੀ ਨੇ 40 ਮੁਕਤਿਆਂ ਦੀ ਆਪ ਯਾਦਗਾਰ ਬਣਾਈ, ਇੱਕ ਥੜਾ ਬਣਾਇਆ। ਉੱਤਰਗੰਜ ਸ਼ਹੀਦਨ ਕਹਿਰਾ ਤੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਸਤਿਗੁਰੂ ਜੀ ਇੱਥੋਂ ਅੱਗੇ ਦਮਦਮੇ ਸਾਹਿਬ ਵਾਲੇ ਪਾਸੇ ਨੂੰ ਰਵੱਧ ਹੋ ਗਏ। ਜੀ ਸੰਖੇਪ ਇਤਿਹਾਸ ਸ੍ਰੀ ਦਰਬਾਰ ਸਾਹਿਬ ਦਾ ਇੰਨਾ, ਇਹ ਜੰਗ ਜਿਹੜੀ ਹੈ 1705 ਈਸਵੀ ਦੇ ਵਿੱਚ 21 ਵਿਸਾਖ ਵਾਲੇ ਦਿਨ, ਸੋ ਗੁਰੂ ਕੇ ਪਿਆਰਿਓ, ਸੋ 2-3 ਵਜੇ ਦੇ ਕਰੀਬ ਹੋਈ ਸੀ, ਜਿਸ ਦੀ ਸਮਾਪਤੀ 5:30-6 ਵਜੇ ਹੋਈ ਸੀ। ਉਪਰੰਤ ਮਹਾਰਾਜ ਜੀ ਨੇ ਸੰਸਕਾਰ ਕੀਤਾ ਸੀ। ਪਰ ਮਹਾਰਾਜ ਜੀ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਬਚਨ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਕਿ ਮਹਾਰਾਜ ਜੀ ਨੇ ਕਿਹਾ ਸੀ ਜਿਵੇਂ ਜੋੜ ਮੇਲੇ ਲੱਗਦੇ ਹਰਿਦੁਆਰ 12 ਸਾਲਾਂ ਪਿੱਛੋਂ ਜਿਵੇਂ ਕੁੰਭ ਦਾ ਮੇਲਾ ਲੱਗਦਾ ਹੈ, ਸਾਰੀ ਦੁਨੀਆ ਦੇ ਲੋਕ ਇਸ਼ਨਾਨ ਕਰਦੇ ਕਿ ਮੁਕਤ ਹੋ ਜਾਈਏ। ਸਤਿਗੁਰੂ ਜੀ ਕਹਿੰਦੇ ਇੱਥੇ ਵੀ 1 ਮਾਘ ਨੂੰ ਸ਼ਹੀਦਾਂ ਦੀ ਯਾਦ ਦੇ ਵਿੱਚ ਮੇਲਾ ਭਰਿਆ ਕਰੇਗਾ। ਜੋ ਵੀ ਮਨੁੱਖ ਆਵੇਗਾ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰੇਗਾ, ਦਰਸ਼ਨ ਕਰੇਗਾ, ਮੁਕਤ ਹੋ ਜਾਇਆ ਕਰੇਗਾ। ਇਸ ਕਰਕੇ ਇੱਥੇ ਮਾਘੀ ਦਾ ਜੋੜ ਮੇਲਾ ਵੀ ਸ਼ਹੀਦਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ।
ਅਤੇ 21 ਵਿਸਾਖ ਵਾਲਾ 20 ਸ਼ਹੀਦੀ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ। ਸਾਰੀਆਂ ਸੰਗਤਾਂ ਨੂੰ ਭਾਈ ਜੀ ਆਇਆਂ। ਸਤਿਗੁਰੂ ਜੀ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।